ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ 1469 ਈਸਵੀ ਦੇ ਵਿੱਚ ਧੰਨ ਧੰਨ ਮਾਤਾ ਤ੍ਰਿਪਤਾ ਅਤੇ ਪਿਤਾ ਕਲਿਆਣ ਮਹਿਤਾ ਬਾਬਾ ਕਾਲੂ ਜੀ ਜਿਨ੍ਹਾਂ ਦੇ ਘਰ ਰਾਏ ਭੋਏ ਦੀ ਤਲਵੰਡੀ ਜੋ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ ਉਸ ਜਗ੍ਹਾ ਤੇ ਜਨਮ ਲੈ ਕੇ ਉਸ ਤੋਂ ਬਾਅਦ ਗੁਰੂ ਨਾਨਕ ਮਹਾਰਾਜ ਜੀ ਦਾ ਜੀਵਨ ਆਪਾਂ ਪੜ੍ਹੀਏ ਤੇ ਗੁਰੂ ਨਾਨਕ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਆਪਣਾ ਇੱਕ ਸਾਥੀ ਚੁਣਿਆ ਭਾਈ ਮਰਦਾਨਾ ਜੀ। ਭਾਈ ਮਰਦਾਨਾ ਜੀ ਅਤੇ ਭਾਈ ਬਾਲਾ ਜੀ ਨੂੰ ਨਾਲ ਲੈ ਕੇ ਸੱਚੇ ਪਾਤਸ਼ਾਹ ਜਦੋਂ ਆਪਣੇ ਗ੍ਰਹਿ ਤੋਂ ਨਿਕਲੇ ਕੱਲ ਤਾਰਨ ਗੁਰੂ ਨਾਨਕ ਆਏ। ਇਸ ਕੱਲ ਤਾਰਨ ਨੂੰ ਕਲਯੁਗ ਦੇ ਵਿੱਚ ਤਾਰਨ ਵਾਸਤੇ ਦੁਨੀਆ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ 4 ਉਦਾਸੀਆਂ ਕੀਤੀਆਂ। ਸਾਰੇ ਹਿੰਦੁਸਤਾਨ ਦੇ ਵਿੱਚ ਉਹਨਾਂ ਭਰਮਣ ਕੀਤਾ। ਹਿੰਦੁਸਤਾਨ ਤੋਂ ਬਲਕਿ ਬਾਹਰ ਚੀਨ, ਲੰਕਾ, ਭੂਟਾਨ, ਬੰਗਲਾਦੇਸ਼, ਢਾਕਾ ਹੋਰ ਵੀ ਕਈਆਂ ਦੇਸ਼ਾਂ ਵਿੱਚ ਸੱਚੇ ਪਾਤਸ਼ਾਹ ਨੇ ਲੋਕਾਂ ਨੂੰ ਜਾ ਕੇ ਜਿਹੜੇ ਲੋਕੀ ਕਿਰਾਏ ਪਏ ਹੋਏ ਸਨ ਉਹਨਾਂ ਨੂੰ ਸਿੱਧੇ ਰਸਤੇ ਪਾਇਆ। ਗੁਰੂ ਨਾਨਕ ਸਾਹਿਬ ਨੇ ਜਿਨ੍ਹਾਂ ਦੇ ਕੋਲ ਕੋਈ ਬੰਦੂਕ ਨਹੀਂ ਸੀ, ਕੋਈ ਤਲਵਾਰ ਨਹੀਂ ਸੀ, ਸਾਧ ਸੰਗਤ ਜੀ, ਉਹਨਾਂ ਨੇ ਉਸ ਅਕਾਲ ਪੁਰਖ ਦੇ ਸ਼ਬਦ ਰਾਹੀਂ, ਕਿਉਂਕਿ ਸੱਚੇ ਪਾਤਸ਼ਾਹ ਨੇ ਜਦੋਂ ਸਿੱਧਾ ਨੇ ਪੁੱਛਿਆ ਨਾ ਵੀ ਤੇਰਾ ਗੁਰੂ ਕੌਣ ਹੈ, ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਮੇਰਾ ਗੁਰੂ ਸ਼ਬਦ ਹੈ। ਕੋਈ ਮੇਰਾ ਬੰਦਾ ਗੁਰੂ ਨਹੀਂ ਜਿਹਦਾ ਮੈਂ ਪੁਜਾਰੀ ਹਾਂ, ਮੇਰਾ ਜਿਹੜਾ ਗੁਰੂ ਹੈ ਉਹ ਸ਼ਬਦ ਹੈ। ਸਾਧ ਸੰਗਤ ਜੀ, ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਸ਼ਬਦ ਗੁਰੂ ਦੇ ਲੜ ਲਾ ਦਿੱਤਾ। ਗੁਰੂ ਮਹਾਰਾਜ ਇਹ ਗੱਲ ਕਹਿ ਗਏ ਕਿ ਅੱਜ ਤੋਂ ਬਾਅਦ ਕੋਈ ਦੇਹਧਾਰੀ ਗੁਰੂ ਨਹੀਂ ਹੋਵੇਗਾ, ਤੁਹਾਡਾ ਜਿਹੜਾ ਸ਼ਬਦ ਗੁਰੂ ਹੈ ਉਹ ਸ਼ਬਦ ਹੈ। ਸੋ ਗੁਰੂ ਨਾਨਕ ਜੀ ਮਹਾਰਾਜ ਜਦੋਂ ਆਪਾਂ ਉਹਨਾਂ ਦਾ ਇਤਿਹਾਸ ਪੜ੍ਹੀਏ, ਉਹਨਾਂ ਦੀ ਬਾਣੀ ਪੜ੍ਹੀਏ ਤੇ ਸਾਨੂੰ ਪਤਾ ਲੱਗਦਾ ਹੈ ਕਿ ਉਹਨਾਂ ਨੇ ਸਾਡੇ ਵਾਸਤੇ ਕੀ ਕੀਤਾ। ਸਾਧ ਸੰਗਤ ਜੀ, ਗੁਰੂ ਨਾਨਕ ਮਹਾਰਾਜ ਨੂੰ ਯਾਦ ਕੀਤਾ ਸੰਗਲਾ ਦੀਪ ਦੇ ਰਾਜਾ ਸ਼ਿਵਨਾਭ ਨੇ। ਸੰਗਲਾ ਦੀਪ ਦਾ ਰਾਜਾ ਸ਼ਿਵਨਾਭ, ਉਹਨਾਂ ਨੂੰ ਪਤਾ ਲੱਗਾ ਗੁਰੂ ਨਾਨਕ ਦੇ ਬਾਰੇ ਤੇ ਉਹਨਾਂ ਭਾਈ ਸਨਮੁਖ ਨੂੰ ਪੁੱਛਿਆ ਵੀ ਗੁਰੂ ਨਾਨਕ ਦਾ ਕੀ ਕਰਦੇ ਹਨ, ਤੇ ਉਹਨਾਂ ਉਹਦੇ ਬਾਰੇ ਜਦੋਂ ਦੱਸਿਆ ਤੇ ਉਹਨਾਂ ਕਿਹਾ ਕਿ ਗੁਰੂ ਨਾਨਕ ਨੂੰ ਕਿਤੇ ਲੱਭਣ ਦੀ ਲੋੜ ਨਹੀਂ, ਗੁਰੂ ਨਾਨਕ ਨੂੰ ਇੱਥੇ ਹੀ ਬੈਠ ਕੇ ਸੱਚੇ ਦਿਲੋਂ ਯਾਦ ਕਰੋ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਤੁਹਾਨੂੰ ਇੱਥੇ ਆਣ ਕੇ ਦਰਸ਼ਨ ਦੇਣਗੇ। ਇਤਿਹਾਸ ਕਹਿੰਦਾ ਹੈ ਕਿ ਜਦੋਂ ਉਹ ਸ਼ਿਵਨਾਭ ਰਾਜਾ ਗੁਰੂ ਨਾਨਕ ਦੀ ਦਰਸ਼ਨ ਕਰਨ ਵਾਸਤੇ ਉਹਨੂੰ ਯਾਦ ਕਰਦਾ ਹੈ ਤੇ ਉਸ ਵਕਤ ਕਈ ਪਖੰਡੀ ਲੋਕ, ਸਾਧ ਸੰਗਤ ਜੀ, ਕਈ ਪਖੰਡੀ ਲੋਕ ਜਿਨ੍ਹਾਂ ਨੇ ਇਹ ਗੱਲ ਸੁਣੀ ਕਿ ਗੁਰੂ ਨਾਨਕ ਨੂੰ ਸੰਗਲਾ ਦੀਪ ਦਾ ਰਾਜਾ ਯਾਦ ਕਰ ਰਿਹਾ ਹੈ, ਤੇ ਇਤਿਹਾਸ ਕਹਿੰਦਾ ਕਿ ਕਈ ਪਖੰਡੀ ਚੋਲੇ ਪਾ ਕੇ ਉਹਨਾਂ ਉੱਥੇ ਜਾਣਾ ਸ਼ੁਰੂ ਕਰ ਦਿੱਤਾ ਵੀ ਹੋ ਸਕਦਾ ਹੈ ਸੰਗਲਾ ਦੀਪ ਦਾ ਰਾਜਾ ਸਾਨੂੰ ਗੁਰੂ ਨਾਨਕ ਮੰਨ ਪਵੇ ਤੇ ਸਾਨੂੰ ਸਾਡੀ ਪੂਜਾ ਕਰਨ ਲੱਗ ਪਵੇ। ਕਹਿੰਦੇ ਨੇ ਰਾਜਾ ਬੜਾ ਸਿਆਣਾ ਸੀ, ਜਦੋਂ ਕੋਈ ਗਿਆ ਪਖੰਡੀ ਚੋਲਾ ਪਾ ਕੇ ਤੇ ਕਿਹਾ ਕਿ ਮੈਂ ਗੁਰੂ ਨਾਨਕ ਹਾਂ। ਰਾਜਾ ਬੜਾ ਸਮਝਦਾਰ ਸੀ, ਸੂਝਵਾਨ ਸੀ। ਰਾਜੇ ਨੇ ਉਹਦਾ ਉਤਾਰਾ
ਆਪਣੇ ਬਾਹਰ ਬਾਗ ਵਿੱਚ ਕੀਤਾ ਕਿ ਇੱਥੇ ਇਹਦੀ ਸੇਵਾ ਪਾਣੀ ਕਰੋ, ਇਹਦੀ ਪਹਿਲਾਂ ਪ੍ਰੀਖਿਆ ਕਰੋ ਵੀ ਇਹ ਗੁਰੂ ਨਾਨਕ ਹੈ ਕੌਣ ਹੈ। ਉੱਥੇ ਸੇਵਾ ਪਾਣੀ ਕਰਨੀ ਤੇ ਰਾਜੇ ਨੇ ਕੰਨਿਆ ਨੂੰ ਭੇਜਣਾ, ਕਿਸੇ ਸੁੰਦਰ ਲੜਕੀ ਨੂੰ ਭੇਜਣਾ ਜਿਹਨੇ ਜਾ ਕੇ ਨਾਚ ਵਗੈਰਾ ਕਰਨਾ, ਤੇ ਉਹ ਪਖੰਡੀ ਬੰਦਾ ਜਦੋਂ ਉਹਨੇ ਨਾਚ ਵਗੈਰਾ ਵੇਖਣਾ ਤਾਂ ਉਹਨੇ ਕੰਡ ਪਰਨੇ ਜਾ ਪੈਣਾ ਵੀ ਇਹ ਤੇ ਮੌਜ ਹੀ ਬੜੀ ਹੈ, ਤੇ ਰਾਜੇ ਨੇ ਫੜ ਕੇ ਉਹਨੂੰ ਅੰਦਰ ਕਰ ਦੇਣਾ ਜੇਲ੍ਹ ਵਿੱਚ, ਆ ਜਾ ਇੱਧਰ ਤੂੰ ਇਹਨੇ ਜੋ ਕੋਈ ਸੈਂ। ਸੋ ਸਾਧ ਸੰਗਤ ਜੀ ਕਈ ਗਏ ਤੇ ਪਕੜੇ ਗਏ ਤੇ ਅੰਦਰ ਜੇਲ੍ਹ ਵਿੱਚ ਬੰਦ ਹੋ ਗਏ। ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਤਾਰ ਖੜਕੀ, ਗੁਰੂ ਨਾਨਕ ਮਹਾਰਾਜ ਉੱਥੇ ਗਏ ਤੇ ਜਾ ਕੇ ਦੱਸਿਆ ਰਾਜੇ ਨੂੰ ਵੀ ਇਸ ਤਰ੍ਹਾਂ ਕੋਈ ਸਾਧ ਫਕੀਰ ਆਇਆ ਹੈ ਤੇ ਕਹਿੰਦੇ ਨੇ ਗੁਰੂ ਨਾਨਕ ਹੈ। ਤੇ ਰਾਜੇ ਸ਼ਿਵਨਾਭ ਨੇ ਆਪਣੇ ਮੰਤਰੀਆਂ ਨੂੰ ਕਿਹਾ ਵੀ ਜਾਓ ਇਹਦਾ ਵੀ ਉਤਾਰਾ ਉਸੇ ਬਾਗ ਵਿੱਚ ਕਰੋ ਤੇ ਪਤਾ ਲੱਗ ਜਾਏਗਾ ਗੁਰੂ ਨਾਨਕ ਕੌਣ ਹੈ। ਕਹਿੰਦੇ ਨੇ ਉਸੇ ਬਾਗ ਵਿੱਚ ਉਤਾਰਾ ਕੀਤਾ, ਉਹਨਾਂ ਕੰਨਿਆ ਨੂੰ ਘੱਲਿਆ। ਜਦੋਂ ਕੁਆਰ ਕੰਨਿਆ ਗੁਰੂ ਨਾਨਕ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਸਾਹਮਣੇ ਆਪਣਾ ਨਾਚ ਵਿਖਾਉਣ ਲੱਗੀਆਂ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕੀ ਆਖਿਆ, ਗਾਛੋ ਕੰਨਿਆ ਰਾਜਕੁਮਾਰ, ਹੇ ਮੇਰੀ ਪੁੱਤਰੀਓ ਇਹ ਕੀ ਕਰ ਰਹੀ ਹੋ ਆਪਣੇ ਪਿਤਾ ਦੇ ਸਾਹਮਣੇ, ਧੀਆਂ ਨੱਚਦੀਆਂ ਚੰਗੀਆਂ ਨਹੀਂ ਲੱਗਦੀਆਂ। ਇਤਿਹਾਸ ਕਹਿੰਦਾ ਕਿ ਉਹ ਕੰਨਿਆ ਵੀ ਹੈਰਾਨ ਹੋ ਗਈਆਂ, ਕਹਿਣ ਲੱਗੇ ਵੀ ਧੰਨ ਅੱਜ ਤੱਕ ਸਾਨੂੰ ਕਿਸੇ ਨੇ ਧੀ ਕਹਿ ਕੇ ਸਾਨੂੰ ਕਿਸੇ ਪੁਕਾਰਿਆ ਹੀ ਨਹੀਂ। ਜਿਹੜਾ ਵੀ ਆਇਆ ਕੋਈ ਬੰਦਾ ਲਾਲਚ ਦਾ ਮਾਰਿਆ, ਅਸੀਂ ਨਾਚ ਡਾਂਸ ਕੀਤੇ ਤੇ ਉਹ ਸਾਡੇ ਤੇ ਬੇਈਮਾਨ ਹੋ ਗਿਆ, ਪਰ ਇਹ ਪਹਿਲਾ ਬੰਦਾ ਹੈ। ਉਹਨਾਂ ਨੇ ਕਿਹਾ ਵੀ ਇਹ ਗੁਰੂ ਨਾਨਕ ਹੈ, ਅਸਲੀ ਗੁਰੂ ਨਾਨਕ ਇਹ ਹੈ। ਜਾ ਕੇ ਰਾਜੇ ਨੂੰ ਦੱਸਿਆ ਤੇ ਰਾਜਾ ਗਦ ਹੋ ਗਿਆ ਸੁਣ ਕੇ, ਕਹਿਣ ਲੱਗਾ ਵੀ ਸੱਚੇ ਪਾਤਸ਼ਾਹ ਗੁਰੂ ਨਾਨਕ ਮੇਰੇ ਦੇਸ਼ ਵਿੱਚ ਆ ਗਏ ਹਨ। ਬੜੀ ਸੇਵਾ ਕੀਤੀ ਗੁਰੂ ਨਾਨਕ ਦੀ, ਨਿਹਾਲ ਹੋ ਗਿਆ ਦਰਸ਼ਨ ਕਰਕੇ। ਸੋ ਸਾਧ ਸੰਗਤ ਜੀ, ਮੈਂ ਕਹਿਣ ਤੋਂ ਮੁਰਾਦ ਹੈ ਕਿ ਅੱਜ ਵੀ ਉਹਨਾਂ ਪਖੰਡੀਆਂ ਬਾਬਿਆਂ ਦੀ ਜਾਂ ਦੇਹ ਧਾਰੀ ਗੁਰੂਆਂ ਦੀ ਕੋਈ ਕਮੀ ਨਹੀਂ ਕਿ ਜਿਹੜੇ ਇਹਨਾਂ ਗੱਲਾਂ ਵਿੱਚ ਗ੍ਰਸਤ ਹੋ ਕੇ ਕਈ ਜੇਲ੍ਹ ਵਿੱਚ ਬੰਦ ਨੇ, ਕਈ ਹੋਰ ਆਉਣ ਨੂੰ ਤਿਆਰ ਬੈਠੇ ਨੇ ਵੀ ਸਾਨੂੰ ਵੀ ਕਰੋ ਅੰਦਰ। ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਹ ਕਰਕੇ ਸਾਨੂੰ ਵਿਖਾਇਆ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਿੰਨੀ ਵੀ ਬਾਣੀ ਉਚਾਰਨ ਕੀਤੀ, ਮੈਂ ਤਾਂ ਕਈ ਵਾਰੀ ਹੈਰਾਨ ਹੁੰਦਾ ਹਾਂ ਕਿ ਇਹੋ ਜਿਹਾ ਗੁਰੂ ਸਾਨੂੰ ਗੁਰੂ ਨਾਨਕ ਮਿਲਿਆ, ਸਾਨੂੰ ਸਿੱਖਾਂ ਨੂੰ। ਅਸੀਂ 3-4 ਦਿਨ ਪਹਿਲਾਂ ਸੁਲਤਾਨਪੁਰ ਲੋਧੀ ਗਏ, ਦਰਸ਼ਨ ਕੀਤੇ ਗੁਰੂ ਮਹਾਰਾਜ ਦੇ ਸਥਾਨ ਦੇ ਹੱਟ ਸਾਹਿਬ ਗੁਰਦੁਆਰਾ, ਜਿੱਥੇ ਮਹਾਰਾਜ ਨੇ 13 ਤੋਲ ਕੇ ਸਭ ਨੂੰ ਨਿਹਾਲ ਕੀਤਾ, ਗਰੀਬਾਂ ਨੂੰ। ਉਹ ਵੱਟੇ ਉੱਥੇ ਪਏ ਨੇ ਜੇ ਵੀ। ਬੇਰ ਸਾਹਿਬ ਗੁਰਦੇ ਦਰਸ਼ਨ ਕੀਤੇ। ਜਦੋਂ ਵਹੀ ਨਦੀ ਦੇ ਦਰਸ਼ਨ ਕੀਤੇ ਸਾਧ ਸੰਗਤ ਜੀ, ਤੇ ਬੰਦਾ ਸੁਣ ਕੇ ਹੈਰਾਨ ਹੁੰਦਾ ਹੈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ 3 ਦਿਨ ਨਦੀ ਵਿੱਚ ਟੁੱਬੀ ਮਾਰ ਗਏ ਤੇ 3 ਦਿਨ ਬਾਹਰ ਹੀ ਨਾ ਆਏ। ਤੇ ਲੋਕਾਂ ਨੇ ਜਾ ਕੇ ਦੱਸਿਆ ਭੈਣ ਨਾਨਕੀ ਨੂੰ ਕਿ ਤੇਰਾ ਵੀਰ ਨਾਨਕ ਡੁੱਬ ਕੇ ਮਰ ਗਿਆ ਹੈ। ਤੇ ਭੈਣ ਨਾਨਕੀ ਕਹਿਣ ਲੱਗੀ ਉਹ ਡੁੱਬ ਕੇ ਮਰ ਨਹੀਂ ਸਕਦਾ, ਉਹ ਲੋਕਾਂ ਨੂੰ ਤਾਰਨ ਵਾਸਤੇ ਆਇਆ ਹੈ। ਤੇ 3 ਦਿਨਾਂ ਤੋਂ ਬਾਅਦ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਹਰ ਨਿਕਲੇ, ਇਤਿਹਾਸ ਕਹਿੰਦਾ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਹਰ ਨਿਕਲ ਕੇ ਸਿੱਧਾ ਸ਼ਮਸ਼ਾਨ ਭੂਮੀ ਵਿੱਚ ਜਾ ਕੇ ਡੇਰਾ ਲਾਇਆ। ਜਦੋਂ ਲੋਕਾਂ ਨੇ ਪੁੱਛਿਆ ਤੇ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ, ਸਾਡੇ ਵਰਗਿਆਂ ਨੂੰ, ਮੂਲ ਮੰਤਰ ਦਾ ਪਾਠ ਸਾਨੂੰ ਦਿੱਤਾ ਕਿ ਇਹ ਮੂਲ ਮੰਤਰ ਮੈਨੂੰ ਉਸ ਅਕਾਲ ਪੁਰਖ ਨੇ ਦਿੱਤਾ ਹੈ। ਇਹ ਮੂਲ ਮੰਤਰ ਦਾ ਪਾਠ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਉਸ ਰੱਬ, ਉਸ ਅਕਾਲ ਪੁਰਖ ਤੋਂ ਲੈ ਕੇ ਆਏ ਸਨ, ਜਿਹੜਾ ਸਾਡੀ ਝੋਲੀ ਵਿੱਚ ਮਹਾਰਾਜ ਨੇ ਪਾਇਆ ਹੈ। ਜਿੱਥੋਂ ਗੁਰੂ ਗ੍ਰੰਥ ਸਾਹਿਬ ਦੇ ਆਰੰਭਤਾ ਹੁੰਦੀ ਹੈ,
ਇਹ ਉਹ ਮੂਲ ਮੰਤਰ ਦਾ ਪਾਠ ਹੈ ਸਾਧ ਸੰਗਤ ਜੀ। ਪਰ ਅਫਸੋਸ ਹੈ ਅੱਜ ਅਸੀਂ ਸਿੱਖ ਲੋਕ ਜਿਨ੍ਹਾਂ ਨੇ ਇਸ ਮੂਲ ਮੰਤਰ ਦਾ ਲੋਕਾਂ ਨੂੰ ਜਾ ਕੇ ਸਮਝਾਉਣਾ ਸੀ, ਲੋਕਾਂ ਨੂੰ ਇਹਦੇ ਪਿੱਛੇ ਲਾਉਣਾ ਸੀ, ਅਸੀਂ ਲੋਕ ਹੋਰ ਮੰਤਰਾਂ ਦੇ ਪਿੱਛੇ ਵਹਿ ਤੁਰੇ ਹਾਂ। ਸਾਨੂੰ ਸਿੱਖਿਆ ਕੁਝ ਹੋਰ ਮਿਲ ਰਹੀ ਹੈ, ਅਸੀਂ ਹੋਰ ਕਿਸੇ ਪਾਸੇ ਜਾ ਰਹੇ ਹਾਂ। ਸਾਧ ਸੰਗਤ ਜੀ, ਮੈਂ ਬੇਨਤੀ ਕਰਾਂ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਜਿੰਨੇ ਵੀ ਵਹਿਮ ਭਰਮ ਪਖੰਡ ਇਹਨਾਂ ਤੋਂ ਬਾਹਰ ਕੱਢਿਆ। ਕਿਉਂਕਿ ਉਦੋਂ ਪਹਿਲਾਂ ਗੁਰੂ ਨਾਨਕ ਨੂੰ 550 ਸਾਲ ਹੋਏ ਨੇ, ਉਦੋਂ ਪਹਿਲਾਂ ਕੁਝ 1400 ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਜਦੋਂ ਹਜ਼ਰਤ ਮੁਹੰਮਦ ਸਾਹਿਬ ਦੁਨੀਆ ਤੇ ਆਏ। ਉਹਨਾਂ ਨੇ ਵੀ ਇਸ ਲਕਾਈ ਨੂੰ ਇੱਕ ਖੁਦਾ ਦੇ ਨਾਲ ਜੋੜਿਆ ਵੀ ਇੱਕ ਖੁਦਾ, ਇੱਕ ਪਰਮਾਤਮਾ ਹੈ, ਇੱਕ ਰੱਬ ਹੈ। ਤੇ ਗੁਰੂ ਨਾਨਕ ਨੇ ਵੀ ਇੱਕ ਖੁਦਾ ਦੇ ਨਾਲ, ਇੱਕ ਵਾਹਿਗੁਰੂ ਦੇ ਨਾਲ ਜੋੜਿਆ ਵੀ ਇੱਕ ਹੈ। ਪਰ ਅਫਸੋਸ ਹੈ ਵੀ ਇਹੋ ਜਿਹਾ ਗੁਰੂ ਸਾਨੂੰ ਇੱਕ ਦੇ ਨਾਲ ਜੋੜ ਜਾਏ ਤੇ ਅਸੀਂ ਇੱਕ ਨਾਲੋਂ ਟੁੱਟ ਕੇ ਹੋਰ ਕਈ ਪ੍ਰਕਾਰ ਦੇ ਗੁਰੂ ਤੇ ਕਈ ਰੱਬ ਤੇ ਕਈ ਕੁਝ ਮਨਾਈ ਬੈਠੇ ਆ। ਸੋ ਮੈਂ ਕਈ ਵਾਰੀ ਹੈਰਾਨ ਹੁੰਦਾ ਹਾਂ ਕਿ ਕੋਈ ਐਸਾ ਸਿੱਖ ਮੈਨੂੰ ਕੋਈ ਹੈਨ ਵਿਰਲੇ ਨਾ ਹੀ ਘਣੇ ਫੈਲ ਫਕੜ ਸੰਸਾਰ, ਵੀ ਐਸਾ ਮੈਨੂੰ ਕੋਈ ਬੰਦਾ ਨਜ਼ਰ ਨਹੀਂ ਆਉਂਦਾ ਵੀ ਜਿਹੜਾ ਇੱਕ ਤੇ ਵਿਸ਼ਵਾਸ ਕਰੀ ਬੈਠਾ ਹੋਵੇ। ਕਿਸੇ ਦਾ ਕੋਈ ਗੁਰੂ, ਕਿਸੇ ਦਾ ਕੋਈ ਗੁਰੂ, ਕਿਸੇ ਨੇ ਕਿਸੇ ਪੀਰ ਫਕੀਰ ਦੀ ਜਗ੍ਹਾ ਬਣਾਈ ਬੈਠੇ ਨੇ, ਕੋਈ ਕਿਤੇ ਤੇਲ ਚੜਾਉਂਦਾ ਫਿਰਦਾ, ਕਿਤੇ ਚੌਲ ਰਿੰਨਦਾ ਫਿਰਦਾ। ਸੋ ਸਾਧ ਸੰਗਤ ਜੀ, ਮੇਰੀ ਹੱਥ ਜੋੜ ਕੇ ਬੇਨਤੀ ਹੈ, ਅੱਜ ਅਸੀਂ ਗੁਰੂ ਨਾਨਕ ਦਾ 550 ਮਨਾ ਰਹੇ ਹਾਂ। ਫਾਇਦਾ ਤਾਂ ਹੈ ਜੇ ਅਸੀਂ ਇੱਕ ਗੁਰੂ ਦੇ ਨਾਲ ਆਪ ਦੇ ਨਾਲ ਜੁੜੀਏ। ਤੇ ਛੱਡ ਦਿਓ ਸਾਰਿਆਂ ਨੂੰ, ਅੱਜ ਪ੍ਰਣ ਕਰੋ ਵੀ ਅਸੀਂ ਅੱਜ ਤੋਂ ਬਾਅਦ ਕਿਸੇ ਹੋਰ ਨੂੰ ਨਹੀਂ ਮੰਨਾਂਗੇ, ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਾਂਗੇ। ਗੁਰੂ ਨਾਨਕ ਤੇ ਇਹ ਵੀ ਕਹਿ ਰਿਹਾ ਹੈ, ਗੁਰੂ ਨਾਨਕ ਸਾਹਿਬ ਦੀ ਬਾਣੀ ਇਹ ਕਹਿ ਰਹੀ ਹੈ, ਰੇ ਜੀ ਨਿਲਜ ਲਾਜ ਤੋਹੇ ਨਾਹੀ, ਹਰਕਤ ਛੱਡ ਔਰ ਕੇ ਜਾਈ। ਵੀ ਤੈਨੂੰ ਕੋਈ ਲਾਜ ਨਹੀਂ, ਤੈਨੂੰ ਕੋਈ ਸ਼ਰਮ ਨਹੀਂ ਹੈ ਬੰਦਿਆ, ਵੀ ਤੂੰ ਇੱਕ ਨੂੰ ਛੱਡ ਕੇ ਤੇ ਲਾਮੇ ਭੱਜਾ ਫਿਰਦਾ ਹੈ। ਕੁਝ ਤੈਨੂੰ ਸ਼ਰਮ ਹੋਣੀ ਚਾਹੀਦੀ ਹੈ। ਇਹ ਬਾਣੀ ਗੁਰੂ ਨਾਨਕ ਸਾਹਿਬ ਕਹਿ ਰਿਹਾ ਹੈ, ਮੈਂ ਨਹੀਂ ਕਹਿ ਰਿਹਾ। ਵੀ ਇੱਕ ਨੂੰ ਮੰਨ, ਜੇ ਤੇਰਾ ਪਾਰ ਉਤਾਰਾ ਹੋਣਾ ਤੇ ਇੱਕ ਨੇ ਕਰਨਾ ਹੈ। ਸੋ ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਰਗਾ ਗੁਰੂ ਇਸ ਦੁਨੀਆ ਤੇ ਨਾ ਆਇਆ ਤੇ ਨਾ ਆਵੇਗਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਦੋਂ ਪੀਰ ਦਸਤਗੀਰ ਦੇ ਕੋਲ ਗਏ ਤੇ ਬਾਹਰ ਜਾ ਕੇ ਡੇਰਾ ਲਾਇਆ, ਤੇ ਜਦੋਂ ਉਹਨਾਂ ਨੇ ਬਾਣੀ ਪੜ੍ਹੀ ਜਪਜੀ ਸਾਹਿਬ ਦੀ, ਲੱਖ ਆਕਾਸ਼ਾਂ ਆਕਾਸ਼ ਤੇ ਪਤਾਲਾਂ ਪਤਾਲ, ਤੇ ਉਹਦੇ ਮਰੀਦਾਂ ਨੇ ਜਾ ਕੇ ਦੱਸਿਆ ਵੀ ਪੀਰ ਸਾਹਿਬ ਤੁਸੀਂ ਤੇ ਅੱਜ ਤੱਕ ਸਾਨੂੰ ਸੱਤਾਂ ਦੀ ਗੱਲ ਕਰਦੇ ਹੋ, ਵੀ 7 ਆਕਾਸ਼ ਤੇ 7 ਪਤਾਲ ਨੇ, ਤੇ ਬਾਹਰ ਇੱਕ ਬਾਬਾ ਲੱਖਾਂ ਦੀ ਗੱਲ ਕਰ ਰਿਹਾ ਹੈ, ਲੱਖਾਂ ਆਕਾਸ਼ਾਂ ਪਤਾਲਾਂ ਦੀ ਗੱਲ ਕਰ ਰਿਹਾ ਹੈ। ਕਹਿੰਦਾ ਕੌਣ ਹੈ ਕਾਫਰ, ਫੜ ਕੇ ਲਿਆਓ ਉਹਨੂੰ ਮੇਰੇ ਕੋਲ, ਇਹ ਕਾਫਰ ਕਿੱਥੋਂ ਆ ਗਿਆ ਹੈ। ਕਹਿੰਦੇ ਨੇ ਉਹ ਗਏ, ਹੱਥ ਕੜੀਆਂ ਲੈ ਕੇ ਫੜਨ ਵਾਸਤੇ, ਵੀ ਫੜ ਕੇ ਉਹਨੂੰ ਲੈ ਜਾਓ ਜੂੜ ਜਾੜ ਕੇ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹੱਸ ਪਾ ਕਹਿਣ ਲੱਗੇ, ਮੈਂ ਤੇ ਪਹਿਲਾਂ ਹੀ ਤੁਹਾਡੀ ਇੰਤਜ਼ਾਰ ਕਰ ਰਿਹਾ ਹਾਂ, ਤੁਹਾਡੇ ਸਿਨੇ ਨੂੰ ਮੈਂ ਉਡੀਕ ਰਿਹਾ ਸਾਂ ਵੀ ਕਦੋਂ ਤੁਸੀਂ ਆਓ ਤੇ ਮੈਂ ਚੱਲ ਕੇ ਗੱਲ ਕਰਾਂ। ਸੋ ਗੁਰੂ ਨਾਨਕ ਸਾਹਿਬ ਜਦੋਂ ਦਸਤਗੀਰ ਦੇ ਕੋਲ ਗਏ, ਇਹ ਗੱਲ ਧਿਆਨ ਨਾਲ ਸੁਣੋ, ਕਿਹੋ ਜਿਹਾ ਗੁਰੂ ਹੈ ਸਾਡਾ ਗੁਰੂ ਨਾਨਕ। ਤੇ ਜਦੋਂ ਦਸਤਗੀਰ ਨੇ ਪੁੱਛਿਆ, ਬਾਬਾ ਵੀ ਤੂੰ ਇਹ ਕੀ ਗੱਲ ਕਰ ਰਿਹਾ ਹੈ, ਲੱਖਾਂ ਆਕਾਸ਼ਾਂ ਪਤਾਲਾਂ ਦੀ ਗੱਲ ਕਰ ਰਿਹਾ ਹੈ, ਸਾਡੇ ਹਜ਼ਰਤ ਮੁਹੰਮਦ ਨੇ 7 ਦੀ ਗੱਲ ਕੀਤੀ ਹੈ। ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਸੱਚੇ ਪਾਤਸ਼ਾਹ ਵੀ ਤੁਹਾਡਾ ਹਜ਼ਰਤ ਮੁਹੰਮਦ ਵੀ ਸੱਚਾ ਹੈ, ਕਿਉਂਕਿ ਉਹਦੀ ਪਹੁੰਚ ਇੰਨੀ ਹੋਵੇਗੀ, ਉਹਦੀ ਪਹੁੰਚ 7 ਤੱਕ ਹੀ ਹੋਵੇਗੀ। ਉਹਨੇ 7 ਹੀ ਵੇਖੇ ਤੇ 7 ਹੀ ਦੱਸਣੇ ਹਨ ਤੁਹਾਨੂੰ, ਤੇ ਅਸਾਂ ਤਾਂ ਲੱਖਾਂ ਵੇਖੇ ਨੇ, ਅਜੇ ਹੋਰ ਵੀ ਹੈਣਗਾ। ਕਹਿਣ ਲੱਗਾ ਵੀ ਇਸ ਤਰ੍ਹਾਂ ਦੀ ਗੱਲ ਮੰਨਦਾ ਸਾਨੂੰ, ਮੈਨੂੰ ਵਿਖਾਓ। ਕਹਿੰਦੇ ਨੇ ਉਹਨੇ ਆਪਣੇ ਪੁੱਤਰ ਨੂੰ ਨਾਲ ਘੱਲਿਆ ਗੁਰੂ ਨਾਨਕ ਸਾਹਿਬ ਦੇ ਨਾਲ। ਗੁਰੂ ਨਾਨਕ ਸਾਹਿਬ ਉਹਦੇ ਪੁੱਤਰ ਨੂੰ ਲੈ ਕੇ ਹਵਾ ਹੋ ਗਏ। ਜਦੋਂ ਲੱਖਾਂ ਆਕਾਸ਼ਾਂ ਪਤਾਲਾਂ ਦੇ ਦਰਸ਼ਨ ਕਰਾਏ
ਉਹਦਾ ਪੁੱਤਰ ਕਹਿਣ ਲੱਗਾ ਬਾਬਾ ਜੀ ਮੈਂ ਥੱਕ ਗਿਆ, ਤੁਸੀਂ ਸੱਚੇ ਹੋ। ਇੱਕ ਥਾਂ ਤੇ ਗਏ, ਉੱਥੇ ਕਹਿੰਦੇ ਨੇ ਇਸੇ ਤਰ੍ਹਾਂ ਸੰਗਤ ਬੈਠੀ। ਜਦੋਂ ਗੁਰੂ ਨਾਨਕ ਸਾਹਿਬ ਜੀ ਗਏ, ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ, ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ। ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਇੱਕ ਕਚਰੌਲ ਭਰ ਕੇ, ਭਾਈ ਗੁਰਦਾਸ ਜੀ ਲਿਖਦੇ ਨੇ ਵੀ ਇੱਕ ਕਚਰੌਲ ਭਰ ਕੇ ਦਿਓ, ਇਹ ਦਸਤਗੀਰ ਦਾ ਪੁੱਤਰ ਹੈ, ਇਹਨੂੰ ਇੱਕ ਕੌਲ ਭਰ ਕੇ ਦਿਓ ਕਚਰੌਲ। ਤੇ ਆਪਣੇ ਪਿਓ ਨੂੰ ਜਾ ਕੇ ਖਵਾਏ ਤੇ ਦੱਸੇ ਗੱਲ। ਇਸੇ ਤਰ੍ਹਾਂ ਹੋਇਆ। ਜਦੋਂ ਵਾਪਸ ਆਏ, ਉਹਨੇ ਆਣ ਕੇ ਦੱਸਿਆ ਵੀ ਪਿਤਾ ਜੀ ਗੱਲ ਸੱਚੀ ਹੈ, ਬਿਲਕੁਲ ਕੋਈ ਅੰਤ ਨਹੀਂ। ਤੇ ਉਹ ਦਸਤਗੀਰ ਗੁਰੂ ਨਾਨਕ ਦੇ ਪੈਰਾਂ ਦੇ ਵਿੱਚ ਪੈ ਗਿਆ। ਕਹਿਣ ਲੱਗਾ ਪਾਤਸ਼ਾਹ ਤੁਸੀਂ ਸੱਚੇ ਹੋ, ਮੈਨੂੰ ਬਖਸ਼ੋ। ਕਿਹਦੀ ਕਿਹਦੀ ਗੱਲ ਕਰੀਏ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸਾਹਮਣੇ ਸਿੱਧ, ਉਹ ਵੀ ਢਹਿ ਕੇ ਪੈ ਗਿਆ। ਗੋਰਖਨਾਥ ਵਰਗੇ ਵੀ, ਐਸਾ ਕੋਈ ਇਸ ਦੁਨੀਆ ਤੇ ਬੰਦਾ ਨਹੀਂ ਜਿਹੜਾ ਗੁਰੂ ਨਾਨਕ ਅੱਗੇ ਅੜ ਸਕਿਆ ਹੋਵੇ। ਇਹੋ ਜਿਹਾ ਗੁਰੂ ਨਾਨਕ ਸੱਚੇ ਪਾਤਸ਼ਾਹ ਸਾਡਾ ਗੁਰੂ ਹੋਵੇ। ਤੇ ਅੱਜ ਅਸੀਂ ਲੋਕ ਲਾਮੇ ਭਟਕਦੇ ਫਿਰੀਏ, ਇਹ ਸਾਡੇ ਲਈ ਬੜੀ ਨਮੋਸ਼ੀ ਦੀ ਗੱਲ ਹੈ। ਸਾਧ ਸੰਗਤ ਜੀ, ਅਰਦਾਸ ਕਰਦੀ ਹੈ ਮਹਾਰਾਜ ਦੇ ਅੱਗੇ, ਆਪਣਾ ਆਪ ਸਮਰਪਣ ਕਰਦੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਵੀ ਅੱਜ ਤੋਂ ਬਾਅਦ ਅਸੀਂ ਕਿਸੇ ਨੂੰ ਨਹੀਂ ਮੰਨਾਂਗੇ। ਕੋਈ ਸੰਤ ਸਾਧ ਹੈ, ਉਹਨੂੰ ਉਹਦਾ ਆਦਰ ਕਰੋ, ਉਹਦਾ ਬਣਦਾ ਆਦਰ ਦਿਓ ਉਹਨੂੰ। ਇਹ ਨਹੀਂ ਕਿ ਤੁਸੀਂ ਉਹਨੂੰ ਗੁਰੂ ਮੰਨ ਕੇ ਬੈਠ ਜਾਓ, ਇਹ ਗੱਲ ਮਾੜੀ ਹੈ। ਮੈਂ ਇੱਕ ਵਾਰੀ ਇੱਕ ਕਿਤਾਬ ਵਿੱਚ ਪੜ੍ਹਿਆ ਬਈ ਕਿਸੇ ਨੇ ਸਮਝਾਣਾ ਹੀ ਹੁੰਦਾ ਬੰਦੇ ਨੇ, ਵੀ ਉਹਨੇ ਇੱਕ ਉਦਾਹਰਣ ਦੇ ਕੇ ਸਮਝਾਉਣਾ ਕੀਤਾ ਵੀ ਜਿਸ ਤਰ੍ਹਾਂ ਕਿਸੇ ਬੀਬੀ ਦਾ ਘਰ ਵਾਲਾ ਬਾਹਰਲੇ ਮੁਲਕ ਵਿੱਚ ਗਿਆ ਹੋਵੇ ਤਾਂ ਬਾਹਰੋਂ ਚਿੱਠੀ ਪਾਏ ਆਪਣੀ ਪਤਨੀ ਨੂੰ ਲਿਖ ਕੇ। ਹੁਣ ਉਹ ਪਤਨੀ ਅਨਪੜ੍ਹ ਹੋਵੇ ਤੇ ਉਹਨੇ ਕਿਸੇ ਤੋਂ ਚਿੱਠੀ ਪੜ੍ਹਾਉਣੀ ਹੈ ਵੀ ਚਿੱਠੀ ਪੜ੍ਹ ਦੇ ਵੀਰਾ ਮੇਰੀ। ਹੁਣ ਉੱਤੇ ਲਿਖਿਆ ਹੁੰਦਾ ਸਭ ਤੋਂ ਪਹਿਲਾਂ ਮੇਰੀ ਪਿਆਰੀ ਪਤਨੀ, ਅੱਗੇ ਸਾਰਾ ਹਾਲ ਚਾਲ ਵੀ ਆ ਉਹ ਹੈ। ਹੁਣ ਪੜ੍ਹਨ ਵਾਲਾ ਪੜ੍ਹ ਰਿਹਾ ਮੇਰੀ ਪਿਆਰੀ ਪਤਨੀ, ਕਹਿਣ ਤੋਂ ਮੁਰਾਦ ਕਿ ਉਹਦੀ ਪਤਨੀ ਨਹੀਂ ਬਣ ਜਾਂਦੀ, ਉਹ ਤੇ ਚਿੱਠੀ ਪੜ੍ਹ ਕੇ ਸੁਣਾ ਰਿਹਾ ਹੈ। ਇਸੇ ਤਰ੍ਹਾਂ ਜੇ ਕੋਈ ਗੁਰੂ ਦੀ ਬਾਣੀ ਸੁਣਾਉਂਦਾ, ਇਹ ਕਈ ਵਾਰੀ ਸੁਣਨ ਵਿੱਚ ਆਉਂਦਾ ਹੈ ਵੀ ਬਾਬਾ ਜੀ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਜਾਂਦੀ ਹੈ ਜਿੱਥੇ ਅਸੀਂ ਜਾਂਦੇ ਹਾਂ। ਵੀ ਜਿਹੜਾ ਕੋਈ ਗੁਰੂ ਨਾਨਕ ਦੀ ਬਾਣੀ ਸੁਣਾ, ਕੋਈ ਗੁਰੂ ਥੋੜ੍ਹਾ ਬਣ ਕੇ ਬੈਠ ਜਾਵੇ। ਗੁਰੂ, ਉਹਨੂੰ ਤੁਸੀਂ ਗੁਰੂ ਹੀ ਮੰਨ ਲਵੋ, ਉਹਨੂੰ ਗੁਰੂ ਨਹੀਂ ਮੰਨਣਾ। ਠੀਕ ਹੈ, ਸੁਣਾ ਰਿਹਾ, ਚੰਗੀ ਗੱਲ, ਉਹਨੂੰ ਮੁਬਾਰਕ ਹੈ, ਸੁਣਾਏ। ਸੋ ਇਸ ਕਰਕੇ ਮੇਰੀ ਬੇਨਤੀ ਹੈ, ਜਿੰਨੀ ਵੀ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਗੁਰੂ ਨਾਨਕ ਸਾਹਿਬ ਨੇ ਇੱਕ ਸ਼ਬਦ ਉਚਾਰਨ ਕੀਤਾ ਹੈ ਆਪਣੀ ਰਸਨਾ ਤੋਂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਤਸ਼ਾਹ ਨੇ ਬੜੇ ਬੜੇ ਪੀਰ ਪਕੰਬਰਾਂ ਅਵਤਾਰਾਂ ਦਾ ਹਵਾਲਾ ਦੇ ਕੇ ਸਾਨੂੰ ਸਮਝਾਉਣਾ ਕੀਤਾ ਹੈ ਕਿ ਜਿੰਨੇ ਵੀ ਇਸ ਦੁਨੀਆ ਵਿੱਚ ਆਏ ਵੱਡੇ ਵੱਡੇ ਪੀਰ ਪਕੰਬਰ ਔਲੀਏ, ਇੱਕ ਸੱਚੇ ਨਾਮ ਤੋਂ ਬਿਨਾ, ਉਸ ਰੱਬ ਦੇ ਨਾਮ ਤੋਂ ਬਿਨਾ ਸਾਰੇ ਰੋਏ, ਦੁਖੀ ਹੋਏ। ਪਾਤਸ਼ਾਹ ਕਹਿੰਦੇ ਸੰਸਰਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੈ ਕਰ ਆਇਆ, ਅਜੈ ਸੋ ਰੋਵੈ ਭਿਖਿਆ ਖਾਏ, ਐਸੀ ਦਰਗਾਹ ਮਿਲੈ ਸਜਾਏ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ, ਰੋਵੈ ਦੇਸਰ ਲੰਕ ਗਵਾਏ, ਜਿਨ ਸੀਤਾ ਆਂਦੀ ਡੌਰੂ ਵਾਏ, ਰੋਵੇਂ ਪਾਂਡਵ ਪਹੇ ਮਜੂਰ, ਜਿਨ ਕੈ ਸੁਆਮੀ ਰਹਿਤ ਹਦੂਰ, ਰੋਵੈ ਜਨਮੇਜਾ ਖੂਏ ਗਿਆ, ਇੱਕ ਹੀ ਕਾਰਨ ਪਾਪੀ ਭਇਆ, ਰੋਵੇਂ ਸ਼ੇਖ ਮਸ਼ਾਇਖ ਪੀਰ, ਅੰਤ ਕਾਲ ਮਤ ਲਾਗੈ ਭੀੜ, ਰੋਵੇਂ ਰਾਜੇ ਕੰਨ ਪੜਾਏ, ਘਰ ਘਰ ਮੰਗੇ ਭਿਖਿਆ ਜਾਏ, ਰੋਵੇਂ ਕਿਰਪਨ ਸੰਚੇ ਤਨ ਜਾਏ, ਪੰਡਤ ਰੋਵੇਂ ਗਿਆਨ ਗਵਾਏ, ਬਾਲੀ ਰੋਵੈ ਨਾਹਿ ਪਤਾਰ, ਨਾਨਕ ਦੁਖੀਆ ਸਭ ਸੰਸਾਰ, ਮੰਨੇ ਨਾਉ ਸੋਈ ਜਿਨ ਜਾਏ, ਔਰੀ ਕਰਮ ਨਾ ਲਿਖ ਆਏ। ਪਾਤਸ਼ਾਹ ਕਹਿੰਦੇ ਸਾਰੇ ਰੋਏ। ਅੱਜ ਜਿਹਨੂੰ ਲੋਕ ਅਵਤਾਰ ਦਸ਼ਰਥ ਦਾ ਪੁੱਤਰ ਰਾਮਚੰਦਰ, ਜਿਹਨੂੰ ਲੋਕ ਅੱਜ ਰੱਬ ਮੰਨੀ ਬੈਠੇ ਹਨ, ਜਿਹਦੀਆਂ ਫੋਟੋਆਂ ਨੂੰ ਲੋਕੀ ਧੂਪਾਂ ਦੇ ਕੇ ਮੱਥੇ ਟੇਕਦੇ ਹਨ ਵੀ ਇਹ ਰੱਬ ਹੈ, ਇਹ ਪ੍ਰਮਾਤਮਾ ਰਾਮ ਉਹ ਹੀ ਰਾਮ ਹੈ। ਸਾਧ ਸੰਗਤ ਜੀ, ਪਾਤਸ਼ਾਹ ਕਹਿੰਦੇ ਰੋਵੇ ਰਾਮ ਨਕਾਲਾ ਪਿਆ, ਰੋਇਆ। ਇੱਕ ਨਕਾਲਾ ਪੈ ਗਿਆ ਤੇ ਸੀਤਾ ਰਾਵਣ ਚੁੱਕ ਕੇ ਲੈ ਗਿਆ, ਲਛਮਣ ਮੂਰਛਿਤ ਹੋ ਗਿਆ ਤੇ ਰੋਇਆ, ਚੁੱਪ ਹੀ ਨਾ ਕਰੇ। ਜੇ ਅਵਤਾਰ ਹੁੰਦਾ ਤੇ ਰੋਂਦਾ ਕਿਉਂ?
सो इस करके इस भुलेख विच आपां नहीं पैना। गुरु नानक पातशाह कहंदे मन्ने नाओ सोई जिन जाए, भी ओही है जिहड़ा एक सच्चे नाम नूं मनदा, औरी कर्म ना लेखे लाए, औरां कम्मां दे पिछे ना भजदा फिरे। पातशाह कहंदे जप तप सब किछ मन्नीए, अवर कारा सब बाद, नानक मन्निया मन्नीए, बुझिए गुर प्रसाद। अज जिन्ने कोई जप तप वगैरह कोई होर पखंड करदा फिरदा है, ये किसे कम नहीं जे आउणे। एक केवल एक सच्चे पातशाह दा रब दा नां जिहड़ा गुरु ग्रंथ साहिब दी बाणी है, या मूल मंत्र दा पाठ, या गुर मंत्र वाहिगुरू, इहदे तो उत्ते कोई होर मंत्र इस दुनिया दे विच है ही नहीं। सिख वास्ते लोकां वास्ते होवेगा, उन्होंने मुबारक है और करन, पर सिख नूं नहीं जाना चाहिए पासे। सो साध संगत जी मैं बेनती करा कि जिन्हां ने अजे तक खंडे बाटे दा अमृत नहीं छकिया, आकी हो के लगे फिरदे ने भी की लोड़ है अमृत छकन दी। असी तो 12-12 साल ना मीट ना शराब ना आंडा ना शांडा ना कुछ, बड़े असी साफ सुथरे बन गए हाँ। सो साध संगत जी मैं बेनती करा भी जे इहो जी गल हुंदी तो फिर गुरु गोबिंद सिंह नूं की लोड़ सी, अमृत का जिहड़ा दाता सी उहनूं की लोड़ सी पंजां पैरां दे अगे हत्थ जोड़न दी, मैनूं अमृत छका दिओ। अमृत की लोड़ है, अमृत की जरूरत है। जिन्हां ने अजे तक अमृत नहीं छकिया, वो टाइम लगे तो पंजां प्यारिਆਂ ਦੇ सानू हो के खंडे बट का अमृत छक के त्यार बर त्यार खालसा सजो। तो दूजी बात, केवल तो केवल एक गुरु ग्रंथ साहिब, एक सिख का जिहड़ा सिर है ना, वो केवल गुरु ग्रंथ साहिब के अगे झुके। ये नहीं कि थाई थाई जिथे वेख्या उत्थे सिख कंड परने जा पवे। जे कोई पीर की जगह उत्थे भी सिखां की भीड़, जे कोई देहधारी गुरु का डेरा उत्थे भी सिखां की भीड़, जे कोई छनी का मंदिर उत्थे भी सिखां की भीड़, जे कोई होर कोई मेरे वर्गा आ जाए उत्थे भी सिखां की भीड़। तुसीं वेख रहे हो, मैं भी वेख रहा। सो से संग जी ये बड़ी नमोशी की गल है। साढ़े कोल इहो जिहा गुरु होवे ते असीं फिर लामे मत्थे टेकदे फिरीए, ये सानू शोभा नहीं देंदा, ये साढ़े वास्ते चंगी गल नहीं। ये मेरी हाथ जोड़ के बेनती है कि केवल ते केवल गुरु ग्रंथ साहिब नूं गुरु मनो, ते खंडे बट दा अमृत छक के त्यार वर त्यार सिंह सज के पंज ककारी दे धारनी बन के पता लगे भी गुरु गोबिंद सिंह दा खालसा गुरु नानक दा सिख आ रहा है। ते दूजी गल, जो गुरु नानक ने पूरना पाया, जो गुरु गोबिंद सिंह ने पूरना पाया, ਉਹਦੇ ते पक्के होवो। गुरु गोबिंद सिंह ने ये गल कही है भी एका नारी होवे जती, भी एक नारी वाला जिहड़ा बंदा वो जती है, उन्होंने जती सिख पंथ जती मन्निया गया है। ये नहीं कि वो जती भी लक्ष्मण जती ते फलाना जती, एक नारी नाल जिहड़ा शादी कराउंदा वो जती है सिख, भावें कोई होवे। इस करके अपने गृहस्थ धर्म विच पक्के रहना है, इधर उधर झाकना नहीं। ये भी गुरु गोबिंद सिंह महाराज की शिक्षा, गुरु नानक की शिक्षा है। सो साध संगत जी आओ, दिता समा समाप्त है। आखी गल नूं जो ना मन्ने, कुछ नहीं उसनूं कहना चंगा, जिस तो बो हंकार दे आवे, संगते दूर उस तो रहना चंगा। चुप कर जावे जेकर पागल, समझो शाद अकल है आई, इंसान बन ले इंसाना दी, ठोकर नूं है सहना चंगा। सो साध संगत जी इन्नियां बेनतियां प्रवान करो। फतेह बुलाओ। वाहिगुरू जी का खालसा, वाहिगुरू जी की फतेह।